पंजाब पुलिस ने हजे तक लॉरेंस ਨੂੰ ਰਿਮਾਂਡ ਤੇ ਨਹੀਂ ਲਿਆ, ਨਾ ਉਹ ਤੋਂ ਕੋਈ ਪੁੱਛਗਿੱਛ ਹੋਈ। ਦੂਜੇ ਪਾਸੇ NIA ਇਹਨਾਂ ਨੂੰ ਹੋਰ ਕੇਸਾਂ ਦੇ ਅੰਦਰ ਰਿਮਾਂਡ ਤੇ ਲੈ ਲਿਆ। ਤਾਂ ਇਸ ਤੋਂ ਜਿਹੜੀ ਸਿੰਸੀਅਰਿਟੀ ਹੈ, ਸਰਕਾਰ ਦੀ ਸੀਰੀਅਸਨੈਸ ਹੈ, ਉਹਦੇ ਉੱਤੇ ਕਿਤੇ ਨਾ ਕਿਤੇ ਸਵਾਲ ਖੜੇ ਹੁੰਦੇ ਆ ਲੋਕਾਂ ਦੇ ਮਨਾਂ 'ਚ। ਅਜਿਹੀਆਂ ਤਾਕਤਾਂ ਹੈਗੀਆਂ ਨੇ ਜੋ ਕਿ ਪਹਿਲਾਂ ਹੀ ਲਾਰੈਂਸ ਬਿਸ਼ਨੋਈ ਨੂੰ ਫਟਾਫਟ ਆਪਣੀ ਕਸਟਡੀ 'ਚ ਲੈ ਲੈਂਦੀਆਂ ਨੇ। ਇਸ ਤੋਂ ਪਹਿਲਾਂ ਕਿ ਜਿਹੜੇ ਸੂਬੇ ਦੇ ਵਿੱਚ ਵੱਡੇ ਵੱਡੇ ਕ੍ਰਾਈਮ ਹੋ ਰਹੇ ਨੇ, ਜਿਹੜੇ ਸੂਬੇ ਦੇ ਵਿੱਚ ਵੱਡੀਆਂ ਬੇਨਿਜਮੀਆਂ ਹੋ ਰਹੀਆਂ ਨੇ, ਜਿਹੜੇ ਸੂਬਿਆਂ ਦੀ ਜੇਲ੍ਹਾਂ ਦੇ ਵਿੱਚ ਬੈਠ ਕੇ ਇੰਟਰਵਿਊ ਕਹਿਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ, ਉਹਨਾਂ ਤੋਂ ਪਹਿਲਾਂ ਹੋਰ ਸੈਂਟਰ ਦੀਆਂ ਏਜੰਸੀਆਂ ਜਾਂ ਸੈਂਟਰ ਦੀਆਂ ਪੁਲਿਸ ਦੇ ਜਿਹੜੇ ਮਹਿਕਮੇ ਆ ਕੇ ਲਾਰੈਂਸ ਦੀ ਕਸਟਡੀਆਂ ਲੈ ਜਾਂਦੇ ਨੇ। ਸਿੱਧੂ ਮੂਸੇਵਾਲਾ ਦਾ ਗੀਤ ਸੀ ਕਿ ਲੋਗੋ ਹੋਇਆ ਚੇਂਜ। ਹਾਂਜੀ, ਰਹਿਣਾ ਸਰਕਾਰਾਂ ਨੇ ਉਹੀ ਲੋਗੋ ਹੋਇਆ ਜੀ। ਤਾਂ ਫਿਰ ਉਹੀ ਲੱਗ ਰਿਹਾ ਕਿ ਜਦੋਂ ਬਠਿੰਡੇ ਜੇਲ੍ਹ ਦੇ ਅਧਿਕਾਰੀ ਆ ਕੇ ਜੇਲ੍ਹ ਤੋਂ ਬਾਹਰ ਇਹ ਕਹਿਣ ਲੱਗ ਗਏ ਕਿ ਇੰਟਰਵਿਊ ਸਾਡੇ ਜੇਲ੍ਹ ਦੇ ਵਿੱਚ ਨਹੀਂ ਹੋਇਆ, ਇਹ ਮੂਰਖਤਾ ਉਹਨਾਂ ਨੇ ਉਸੇ ਵਕਤ ਕਰਨੀ ਸ਼ੁਰੂ ਕਰ ਦਿੱਤੀ। ਪੰਜਾਬ ਪੁਲਿਸ ਕਿਉਂ ਮੂਕ ਦਰਸ਼ਕ ਬਣੀ ਹੋਈ ਹੈ? ਆਪਣੀ ਹੁੰਦੀ ਹੋਈ ਫਜ਼ੀਹਤ, ਆਪਣੀ ਹੁੰਦੀ ਹੋਈ ਮੈਂ ਕਹਿੰਦਾ ਕਿ ਜਲਾਲਤ ਇੱਕ ਤਰੀਕੇ ਨਾਲ ਹੋ ਜਾਂਦੀ ਹੈ ਸੂਬੇ ਦੇ ਵਿੱਚ ਜੇ ਇਹ ਕੁਝ ਹੋ ਰਿਹਾ ਹੋਵੇ। ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਲਈ ਜਾਂਦੀ ਹੈ ਜੇਲ੍ਹ ਦੇ ਅੰਦਰੋਂ। ਉਹ ਕਿਹੜੀ ਜੇਲ੍ਹ ਸੀ, ਕਿੱਥੋਂ ਇਹ ਇੰਟਰਵਿਊ ਹੋਈ, ਉਹਦੇ ਉੱਤੇ ਉਹਦੇ ਵਾਸਤੇ ਜਾਂਚ ਕਰਨੀ ਕਮੇਟੀਆਂ ਹੀ ਬਣਾਈਆਂ, ਪਰ ਲਾਰੈਂਸ ਬਿਸ਼ਨੋਈ ਦਾ ਹਜੇ ਤੱਕ ਕੋਈ ਰਿਮਾਂਡ ਨਹੀਂ ਲਿਆ ਗਿਆ। ਉਹ NIA ਨੇ ਰਿਮਾਂਡ ਤੇ ਲੈ ਲਿਆ। ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਵੱਲੋਂ ਹਜੇ ਤੱਕ ਕੋਈ ਯਤਨ ਇਹ ਜਿਹਾ ਨਹੀਂ ਕੀਤਾ ਗਿਆ ਵੀ ਇਸ ਚੀਜ਼ ਦੀ ਘੋਖ ਕੀਤੀ ਜਾਵੇ ਵੀ ਉਹ ਇੰਟਰਵਿਊ ਕਦੋਂ ਹੋਈ, ਕਿਹਨੇ ਕਰਵਾਈ, ਕਿਸ ਢੰਗ ਦਾ ਉਹਦੇ ਪਿੱਛੇ ਡਿਜ਼ਾਈਨ ਕੀ ਸੀ। ਜਿਸ ਤਰ੍ਹਾਂ 2 ਵਾਰ ਇੰਟਰਵਿਊ ਹੁੰਦੀ ਹੈ, DGP ਨੇ ਵੀ ਗੱਲ ਜਿਹੜੀ ਆ ਉਹ ਝੂਠੀ ਪੈ ਜਾਂਦੀ ਹੈ, ਕਿਉਂਕਿ ਲਾਰੈਂਸ ਇੱਕ ਵਾਰ ਉਹਨੇ ਪ੍ਰੈਸ ਕਾਨਫਰੰਸ ਕਰਨ ਤੋਂ ਬਾਅਦ ਫਿਰ ਤੋਂ ਇੰਟਰਵਿਊ ਕਰ ਦਿੰਦਾ ਹੈ। ਅੱਜ ਇਸੇ ਮੁੱਦੇ ਉੱਤੇ ਕਰਾਂਗੇ ਗੱਲਬਾਤ। ਮੈਂ ਤੁਹਾਡਾ ਹੋਸਟ ਸ਼ੁਭਕਰਮਨ ਸਿੰਘ ਢਾਲੀਵਾਲ, ਮੇਰੇ ਨਾਲ ਨੇ ਰਿਤੇਸ਼ ਲੱਖੀ। ਰਿਤੇਸ਼ ਜੀ, ਬਹੁਤ ਬਹੁਤ ਸਵਾਗਤ ਹੈ। ਧੰਨਵਾਦ ਸ਼ੁਭਕਰਮਨ। ਰਿਤੇਸ਼ ਜੀ, ਇੰਟਰਵਿਊ ਹੁੰਦੀ ਹੈ, ਉਹ ਪੰਜਾਬ 'ਚ ਤਾਂ ਬਹੁਤ ਜ਼ਿਆਦਾ ਪੋਲੀਟੀਕਲੀ ਚਰਚਾ 'ਚ ਆ ਜਾਂਦੀ ਹੈ, ਤੇ ਪੰਜਾਬ ਪੁਲਿਸ ਨੇ ਹਜੇ ਤੱਕ ਲਾਰੈਂਸ ਨੂੰ ਰਿਮਾਂਡ ਤੇ ਨਹੀਂ ਲਿਆ, ਨਾ ਉਹ ਤੋਂ ਕੋਈ ਪੁੱਛਗਿੱਛ ਹੋਈ। ਦੂਜੇ ਪਾਸੇ NIA ਇਹਨਾਂ ਨੂੰ ਹੋਰ ਕੇਸਾਂ ਦੇ ਅੰਦਰ ਰਿਮਾਂਡ ਤੇ ਲੈ ਲਿਆ। ਤਾਂ ਇਸ ਤੋਂ ਜਿਹੜੀ ਸਿੰਸੀਅਰਿਟੀ ਹੈ, ਸਰਕਾਰ ਦੀ ਸੀਰੀਅਸਨੈਸ ਹੈ, ਉਹਦੇ ਉੱਤੇ ਕਿਤੇ ਨਾ ਕਿਤੇ ਸਵਾਲ ਖੜੇ ਹੁੰਦੇ ਆ ਲੋਕਾਂ ਦੇ ਮਨਾਂ 'ਚ। ਦੇਖੋ, ਸਵਾਲ ਤਾਂ ਬਹੁਤ ਖੜੇ, ਲੇਕਿਨ ਇਤਫਾਕ ਹੈ ਕਿ ਪੰਜਾਬ ਦਾ ਮੀਡੀਆ ਇਹਨਾਂ ਸਵਾਲਾਂ ਨੂੰ ਚੁੱਕ ਨਹੀਂ ਰਿਹਾ। ਕੋਈ ਵੀ ਪਬਲਿਕ ਡੋਮੇਨ ਦੇ ਵਿੱਚ ਅਜਿਹੀ ਇਨਫੋਰਮੇਸ਼ਨ ਨਹੀਂ ਹੈ, ਮੈਂ ਨਹੀਂ ਘੱਟੋ ਘੱਟ ਜਾਣਕਾਰੀ ਲੈ ਪਾਇਆ, ਅਨਲੈਸ ਆਈ ਮੇ ਬੀ ਇਲ ਇਨਫੋਰਮਡ, ਕਿ ਪੰਜਾਬ ਪੁਲਿਸ ਨੇ ਜਾਂ ਪੰਜਾਬ ਸਰਕਾਰ ਨੇ ਇਸ ਮਾਮਲੇ ਦੀ ਤਹਿ ਤੱਕ ਪਹੁੰਚਣ ਲਈ ਇੱਕ ਕਮੇਟੀ ਬਣਾਉਣ ਤੋਂ ਇਲਾਵਾ ਕੁਝ ਕੀਤਾ ਹੋਵੇ। ਉਹ ਵੀ ਕਮੇਟੀ ਜਿਸ ਦੇ ਮੈਂਬਰਾਂ ਦੀ ਤਰਤੀਬ 1 ਮਹੀਨੇ ਵਿੱਚ 3 ਵਾਰ ਬਦਲ ਜਾਂਦੀ ਹੈ। ਮੈਂਬਰ ਉਸ ਦੇ ਵਿੱਚ ਸ਼ਾਮਲ ਕੀਤੇ ਜਾਂਦੇ ਨੇ, ਫਿਰ ਉਹਦੇ ਵਿੱਚ ਕੁਝ ਹੋਰ ਅਫਸਰ ਐਡ ਕੀਤੇ ਜਾਂਦੇ ਨੇ, ਫਿਰ ਉਹ ਅਫਸਰਾਂ ਨੂੰ ਹੀ ਆਪਣੇ ਅਹੁਦਿਆਂ ਤੋਂ ਬਦਲਤਾ ਜਾਂਦਾ ਹੈ, ਫਿਰ ਨਵੇਂ ਅਫਸਰ ਆਉਂਦੇ ਨੇ। ਸੋ ਇਸ ਤਰੀਕੇ ਦਾ ਭੰਬਲ ਪੂਸਾ ਜਾ ਚੱਲਦਾ ਰਿਹਾ। ਹੁਣ ਸਵਾਲ ਇਹ ਹੈ ਕਿ ਇਸ ਸਭ ਦੇ ਵਿੱਚ NIA ਨੇ ਲਾਰੈਂਸ ਬਿਸ਼ਨੋਈ ਨੂੰ ਇੱਕ ਹੋਰ ਕੇਸ ਦੇ ਵਿੱਚ ਰਿਮਾਂਡ ਉੱਤੇ ਲੈ ਲਿਆ। ਦੇਖੋ, NIA ਨੇ ਇਸ ਤੋਂ ਪਹਿਲਾਂ ਦਸੰਬਰ ਦੇ ਮਹੀਨੇ ਦੇ ਵਿੱਚ ਲਾਰੈਂਸ ਨੂੰ ਰਿਮਾਂਡ ਉੱਤੇ ਲਿਆ ਸੀ, ਜਦੋਂ ਸਿੱਧੂ ਮੂਸੇਵਾਲਾ ਦੇ ਕੇਸ ਤੋਂ ਬਾਅਦ, ਉਸ ਦੇ ਕਤਲ ਤੋਂ ਬਾਅਦ। ਇਤਫਾਕ ਹੈ ਦੂਸਰੀ ਵਾਰ ਹੋ ਰਿਹਾ ਹੈ। ਸਿੱਧੂ ਮੂਸੇਵਾਲਾ ਦਾ ਮਰਡਰ ਹੁੰਦਾ ਹੈ, ਦੂਸਰੇ ਜਾਂ ਤੀਸਰੇ ਦਿਨ ਗੋਲਡੀ ਬਰਾੜ ਦਾ ਖੁਲਾਸਾ ਤਾਂ ਉਸੇ ਰਾਤ ਹੋ ਗਿਆ ਸੀ। ਲਾਰੈਂਸ ਬਿਸ਼ਨੋਈ ਦੇ ਗਰੁੱਪ ਨੇ ਇਸ ਦੀ ਜ਼ਿੰਮੇਵਾਰੀ ਲੈ ਲਈ ਸੀ, ਲੇਕਿਨ 2 ਦਿਨਾਂ ਤੋਂ ਬਾਅਦ ਹੀ ਦਿੱਲੀ ਪੁਲਿਸ ਦਾ ਸਪੈਸ਼ਲ ਸੈੱਲ ਤਿਹਾੜ ਜੇਲ੍ਹ ਪਹੁੰਚ ਕੇ ਲਾਰੈਂਸ ਬਿਸ਼ਨੋਈ ਦੀ ਕਸਟਡੀ ਲੈ ਲੈਂਦਾ ਹੈ ਜੀ। ਤੇ ਉਹ ਕਸਟਡੀ ਕਈ ਹਫ਼ਤਿਆਂ ਤੱਕ ਚੱਲਦੀ ਹੈ, ਤਕਰੀਬਨ 1 ਮਹੀਨਾ ਬੈਕ ਟੂ ਬੈਕ ਜਿਹੜੀਆਂ ਕਸਟਡੀ ਸੀ ਉਹ ਪੰਜਾਬ ਪੁਲਿਸ ਨੂੰ ਨਹੀਂ ਦਿੱਤੀਆਂ ਗਈਆਂ, ਜਦੋਂ ਕਿ ਪੰਜਾਬ ਦੇ ਵਿੱਚ ਐਡਾ ਵੱਡਾ ਮਰਡਰ ਹੋਇਆ ਹੋਵੇ। ਲੇਕਿਨ ਲਾਰੈਂਸ ਬਿਸ਼ਨੋਈ ਦੀ ਕਸਟਡੀ ਕਿਸੇ ਹੋਰ ਕੇਸਾਂ ਦੇ ਵਿੱਚ ਲੈ ਲਈ ਗਈ ਜੀ। ਸੋ ਤੁਸੀਂ ਸਮਝਦੇ ਹੋ ਨਾ ਕਿ ਕਿਸੇ ਐਡੀ ਵੱਡੀ ਘਟਨਾ ਤੋਂ ਬਾਅਦ ਇਮੀਡੀਏਟਲੀ ਜਿਸ ਮਾਮਲੇ ਦੀ ਜਾਂਚ ਜਾਂ ਪੜਤਾਲ ਲਈ ਕਸਟਡੀ ਲਈ ਜਾਣੀ ਚਾਹੀਦੀ ਸੀ, ਉਸ ਕੇਸ ਦੇ ਵਿੱਚ ਨਾ ਕਸਟਡੀ ਲੈ ਕੇ ਕਿਸੇ ਹੋਰ ਕੇਸ ਦੇ ਵਿੱਚ ਲੈ ਲਈ ਗਈ। ਚਲੋ, ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਕੰਮ ਚੰਗਾ ਕੀਤਾ, ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ, ਗੈਂਗਸਟਰ ਕੋਈ ਫੜੇ ਵੀ ਜਿਹੜੇ ਹਰਿਆਣਾ ਮੋਡਿਊਲ ਦੇ ਸੀਗੇ, ਜਾਂ ਜਿਹੜਾ ਜਿਹਨੂੰ ਇਹ ਕਹਿੰਦੇ ਸੀ ਕਿ ਜੀ ਬੁਲੈਰੋ ਮੋਡਿਊਲ ਸੀ, ਸਾਰਾ ਦਾ ਸਾਰਾ ਫੜ ਲਿਆ। ਕਰੋਲਾ ਮੋਡਿਊਲ ਬਾਰੇ ਜਾਣਕਾਰੀ ਵੇਰਵੇ ਸਾਹਮਣੇ ਨਹੀਂ ਹੈ, ਬਾਅਦ ਦੇ ਵਿੱਚ ਉਹ ਚੀਜ਼ਾਂ ਹੋਈਆਂ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਕੰਮ ਕੀਤਾ ਆਪਣਾ, ਲੇਕਿਨ ਸਵਾਲ ਇਹ ਖੜਾ ਹੋ ਰਿਹਾ ਸੀ। ਉਸ ਵਕਤ ਵੀ ਇੱਕ ਕੁਐਸਚਨ ਮੈਂ ਬਾਰ-ਬਾਰ ਰੇਜ਼ ਕੀਤਾ ਕਿ ਪੰਜਾਬ ਪੁਲਿਸ ਇੰਸਿਸਟ ਕਿਉਂ ਨਹੀਂ ਕਰ ਰਹੀ। ਇਨਫੈਕਟ ਪੰਜਾਬ ਪੁਲਿਸ ਨੂੰ ਕਾਫੀ ਸੰਘਰਸ਼ ਕਰਨਾ ਪਿਆ, ਜੋ ਅੰਦਰ ਦੀ ਗੱਲਾਂ ਬਾਤਾਂ ਚੱਲ ਰਹੀਆਂ ਸਨ ਕਿ ਅਚਾਨਕ ਇਹਨਾਂ ਨੂੰ ਜਿਸ ਦਿਨ ਉਸਦੀ ਤੀਸਰੀ ਜਾਂ ਚੌਥੀ ਪੇਸ਼ੀ ਦੌਰਾਨ ਉਹਦੀ ਕਸਟਡੀ ਪੁਲਿਸ ਰਿਮਾਂਡ ਖਤਮ ਹੋ ਗਈ, ਉਸਨੇ ਵਾਪਸ ਜੇਲ੍ਹ ਦੇ ਵਿੱਚ ਜਾਣਾ ਸੀ। ਉਸ ਵਕਤ ਪੰਜਾਬ ਪੁਲਿਸ ਦੀ ਜਿਹੜੀ AGTF ਹੈ, ਪੰਜਾਬ ਦੇ ਜਿਹੜੇ ਉਸ ਵਕਤ ਐਡਵੋਕੇਟ ਜਨਰਲ ਸੀ ਅਨਮੋਲ ਰਤਨ ਸਿੱਧੂ, ਇਹ ਸਾਰੇ ਦਿੱਲੀ ਕੈਂਪ ਕਰਦੇ ਨੇ, ਤੇ ਇੱਕ ਤਰੀਕੇ ਨਾਲ ਐਂਬੂਸ਼ ਇਹਨਾਂ ਨੇ ਕੀਤਾ, ਤੇ ਕਸਟਡੀ ਉੱਧਰ ਖਤਮ ਹੋਈ, ਨਾਲ ਹੀ ਇਹਨਾਂ ਨੇ ਕਸਟਡੀ ਲੈ ਲਈ। 1 ਮਹੀਨਾ, ਤਕਰੀਬਨ 1 ਮਹੀਨੇ ਦਾ ਸਮਾਂ ਸੀ। ਸੋ ਤੁਸੀਂ ਐਡੇ ਵੱਡੇ ਲੈਵਲ ਦੇ ਉੱਤੇ ਇੱਕ ਸਿਤਾਰੇ ਦੀ ਹੱਤਿਆ ਹੋ ਗਈ, ਉਹ ਪੰਜਾਬ ਦਾ ਨਹੀਂ ਦੇਸ਼ ਦਾ ਸਭ ਤੋਂ ਵੱਡਾ ਮਰਡਰ ਹੈ, ਅਸੈਸੀਨੇਸ਼ਨ ਹੈ ਪਿਛਲੇ ਮੈਨੂੰ 25 ਸਾਲਾਂ ਦੇ ਵਿੱਚ। ਤੁਸੀਂ ਮੈਨੂੰ ਹੋਰ ਦੱਸ ਦਿਓ ਜੇ ਤੁਹਾਡੇ ਜ਼ਿਹਨ ਦੇ ਵਿੱਚ ਹੈ। ਮੈਂ ਕਈ ਵਾਰ ਸੋਚਣ ਦੀ ਕੋਸ਼ਿਸ਼ ਕੀਤੀ ਹੈ ਕਿ ਕੋਈ ਅਤੀਕ ਅਹਿਮਦ ਦਾ ਉਸ ਤੋਂ ਬਾਅਦ ਮਰਡਰ ਹੋਇਆ ਹੈ, ਇੱਕ ਸੈਂਸੇਸ਼ਨਲ ਕਿਲਿੰਗ ਹੈਗੀ ਹੈ, ਲੇਕਿਨ ਅਤੀਕ ਅਹਿਮਦ ਤੋਂ ਪਹਿਲਾਂ
ਤੇ ਪਿਛਲੇ ਇੰਨੇ ਸਾਲਾਂ ਦੇ ਵਿੱਚ ਇਸ ਤੋਂ ਵੱਡਾ ਕਤਲ ਮੈਨੂੰ ਨਹੀਂ ਦੇਸ਼ ਦੇ ਇਤਿਹਾਸ ਵਿੱਚ ਨਜ਼ਰ ਆਉਂਦਾ। ਸੋ ਉਸ ਕੇਸ ਦੇ ਵਿੱਚ ਪੰਜਾਬ ਪੁਲਿਸ ਨੂੰ ਰਿਮਾਂਡ ਨਹੀਂ ਦਿੱਤੀ ਜਾਂਦੀ। ਸੈਂਟਰਲ ਜਿਹੜੀ ਗਵਰਨਮੈਂਟ ਦੇ ਹੇਠ ਦਿੱਲੀ ਪੁਲਿਸ ਦਾ ਸਪੈਸ਼ਲ ਸੈੱਲ ਹੈ ਉਹ ਰਿਮਾਂਡ ਲੈ ਜਾਂਦਾ ਹੈ, ਕੰਮ ਉਹ ਚੰਗਾ ਕਰਦਾ ਹੈ। ਲੇਕਿਨ ਹੁਣ ਇਸ ਇੰਟਰਵਿਊ ਦੇ ਆਉਣ ਤੋਂ ਬਾਅਦ ਬੜਾ ਇੱਕ ਲੌਜੀਕਲ ਜਿਹਾ ਗੱਲ ਸੀ, ਤੇ ਮੈਂ ਉਸੇ ਦਿਨ ਜਿਸ ਦਿਨ ਇੰਟਰਵਿਊ ਪ੍ਰਸਾਰਿਤ ਹੋਈ, ਪਹਿਲੀ ਇੰਟਰਵਿਊ ਜਦੋਂ ਪ੍ਰਸਾਰਿਤ ਹੋਈ, ਮੈਂ ਕਹਿਤਾ ਸੀ ਕਿ ਜਦੋਂ ਬਠਿੰਡੇ ਜੇਲ੍ਹ ਦੇ ਅਧਿਕਾਰੀ ਆ ਕੇ ਜੇਲ੍ਹ ਤੋਂ ਬਾਹਰ ਇਹ ਕਹਿਣ ਲੱਗ ਗਏ ਕਿ ਇੰਟਰਵਿਊ ਸਾਡੇ ਜੇਲ੍ਹ ਦੇ ਵਿੱਚ ਨਹੀਂ ਹੋਇਆ, ਇਹ ਮੂਰਖਤਾ ਉਹਨਾਂ ਨੇ ਉਸੇ ਵਕਤ ਕਰਨੀ ਸ਼ੁਰੂ ਕਰਤੀ ਸੀ। ਅਗਲੇ ਦਿਨ ਪੰਜਾਬ ਦੇ ਡੀਜੀਪੀ ਵੀ ਕਮੋਵੇਸ਼ ਇਹੀ ਕਹਿੰਦੇ ਹੋਏ ਨਜ਼ਰ ਆਏ ਵੀ ਸਾਡੀ ਜੇਲ੍ਹ 'ਚ ਨਹੀਂ ਹੋਇਆ। ਮੈਨੂੰ ਨਹੀਂ ਲੱਗਦਾ ਵੀ ਇਹ ਜਿਹੜੇ ਐਡੇ ਕੰਪੀਟੈਂਟ ਅਫਸਰ ਮੰਨੇ ਜਾਂਦੇ ਨੇ, ਇਹਨਾਂ ਅਜਿਹੇ ਕੇਸਾਂ ਦੇ ਵਿੱਚ ਇਹਨਾਂ ਦੀ ਅਕਲ ਦੇ ਉੱਤੇ ਤਾਲੇ ਕਿਉਂ ਲੱਗ ਜਾਂਦੇ ਨੇ। ਉਹ ਮੈਨੂੰ ਅਕਲ ਦੇ ਉੱਤੇ ਤਾਲਾ ਲੱਗਣਾ ਕਹਾਂਗਾ, ਕਿਉਂਕਿ ਬੜਾ ਸਿੰਪਲ ਜਿਹਾ ਕੰਮ ਸੀ। ਉਸੇ ਦਿਨ ਇੱਕ ਕੇਸ ਰਜਿਸਟਰ ਹੋਣਾ ਸੀ FIR ਦਾ, ਜੇਲ੍ਹ ਮੈਨੂਅਲ ਦਾ, ਭਾਵੇਂ ਉਹ ਇੰਟਰਵਿਊ ਬਠਿੰਡੇ ਦੀ ਜੇਲ੍ਹ 'ਚ ਹੋਈ ਜਾਂ ਨਾ ਹੋਈ। ਇਹ ਇਹਨਾਂ ਨੇ ਜਿੰਨਾ ਜ਼ੋਰ ਇਹ ਡਿਨਾਈ ਕਰਨ ਦੇ ਵਿੱਚ ਲਾਇਆ ਕਿ ਸਾਡੀ ਜੇਲ੍ਹ ਦੇ ਵਿੱਚ ਨਹੀਂ ਹੋਈ, ਤੇ ਸ਼ਾਇਦ ਅੱਜ ਤੱਕ ਲਾ ਰਹੇ ਹੋਣਗੇ। ਇਹ ਵੀ ਪੋਸੀਬਲ ਹੈ ਕਿ ਜਾਂਚ ਕਰਨਾ ਹੀ ਨਹੀਂ ਚਾਹ ਰਿਹਾ, ਤਾਂ ਪਬਲਿਕ ਪ੍ਰੈਸ਼ਰ ਥੋੜਾ ਬਹੁਤ ਬਣਿਆ ਤੇ ਹੁਣ ਇਹਨਾਂ ਨੂੰ ਲੱਗ ਰਿਹਾ ਕਿ ਇਹਨਾਂ ਨੇ ਕਮੇਟੀ ਬਣਾਈ ਹੋਈ ਹੈ। ਕਮੇਟੀ ਕਿਉਂ ਬਣਦੀ ਹੈ? ਇੱਕ ਪ੍ਰਾਈਮ ਫਸਾਈ ਜਿਹੜਾ ਤੁਹਾਡੇ ਸਾਹਮਣੇ ਕ੍ਰਾਈਮ ਹੋਇਆ ਹੈ। ਕ੍ਰਾਈਮ ਕੀ ਹੈ? ਤੁਸੀਂ ਕਹੋਗੇ ਜੀ ਇੰਟਰਵਿਊ ਦੇ ਵਿੱਚ ਬਹੁਤ ਦਰਸ਼ਕ ਜਾਣਨਾ ਚਾਹਣਗੇ, ਜੇ ਇੰਟਰਵਿਊ ਤੋਂ ਬੈਠ ਕੇ ਉਸਨੇ ਇੰਟਰਵਿਊ ਦੇਤੀ ਗੈਂਗਸਟਰ ਨੇ, ਤਾਂ ਉਹਦੇ ਵਿੱਚ ਕ੍ਰਾਈਮ ਕੀ ਹੈ? ਕ੍ਰਾਈਮ ਇਹ ਹੈ ਜੀ ਜੇਲ੍ਹ ਦਾ ਇੱਕ ਮੈਨੂਅਲ ਹੈ, ਜੇਲ੍ਹ ਦਾ ਇੱਕ ਕੋਡ ਹੈ, ਉਸਦੀ ਵਾਇਲੇਸ਼ਨ ਹੋਈ ਹੈ। ਜੇਲ੍ਹ ਮੈਨੂਅਲ ਨੂੰ ਬ੍ਰੀਚ ਕਰਨ ਦੇ ਚੱਕਰ ਦੇ ਵਿੱਚ ਜੇ ਤੁਸੀਂ ਜੇਲ੍ਹ ਦਾ ਕੋਈ ਕਾਨੂੰਨ ਤੋੜੋਗੇ ਤੇ ਜੇਲ੍ਹ ਦਾ ਕਾਨੂੰਨ ਟੁੱਟਿਆ ਹੈ, ਉਸ ਕੇਸ ਦੇ ਵਿੱਚ ਇੱਕ ਕੇਸ ਬਣਦਾ ਹੈ। ਉਹ ਪੈ ਜਾਂਦਾ ਜੇਲ੍ਹਾਂ ਦੇ ਵਿੱਚ। ਤੁਸੀਂ ਜੇ ਮੋਬਾਈਲ ਤੁਹਾਡੇ ਕੋਲ ਫੜੇ ਜਾਂਦੇ ਨੇ, ਤੁਸੀਂ ਜੇਲ੍ਹ ਮੈਨੂਅਲ ਨੂੰ ਤੋੜਿਆ ਹੈ, ਤੇ ਤੁਹਾਡੇ ਤੇ ਕੇਸ ਬਣਦਾ ਹੈ। ਉਹ ਕੇਸ ਮੈਨੂੰ ਲੱਗਦਾ ਅੱਜ ਤੱਕ ਰਜਿਸਟਰ ਹੀ ਨਹੀਂ ਹੋਇਆ, ਜਦ ਤੱਕ ਮੈਂ ਸਮਝ ਪਾਇਆ। ਤੇ ਉਹ ਕੇਸ ਰਜਿਸਟਰ ਹੋਵੇ, ਲਾਰੈਂਸ ਬਿਸ਼ਨੋਈ ਤੋਂ ਪੁੱਛਗਿੱਛ ਹੋਵੇ, ਬਹੁਤ ਸੌਖੇ ਤਰੀਕੇ ਦੇ ਨਾਲ ਇਹ ਗੱਲ ਨਿਕਲ ਸਕਦੀ ਸੀ, ਲੇਕਿਨ ਉਹ ਚੀਜ਼ ਨਹੀਂ ਹੋਈ। ਤੇ ਹੁਣ ਹੋਰ ਵੀ ਹੈਰਾਨੀ ਦੀ ਗੱਲ ਹੈ ਕਿ ਇਹਨਾਂ ਨੇ ਤਾਂ ਪਤਾ ਨਹੀਂ ਕਿੰਨੀ ਪੁੱਛਗਿੱਛ ਕੀਤੀ, ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕੱਢਿਆ, ਕਿਹਾ ਗਿਆ ਸੀ ਸਪੈਸ਼ਲ ਕਮੇਟੀ ਬਣਾਓਗੇ। ਤੁਸੀਂ ਸਪੈਸ਼ਲ DGP ਦੀ ਕਮੇਟੀ ਬਣੀ ਹੈ, ਉਹਦੇ ਲਈ ਇੱਕ ਸਪੈਸ਼ਲ DGP ਨੂੰ ਲਾਇਆ ਗਿਆ ਹੈ। ਮਤਲਬ ਐਡਾ ਵੱਡਾ ਇਸ ਨੂੰ ਕੇਸ ਨੂੰ ਦਿਖਾਇਆ, ਦੁਨੀਆ 'ਚ ਦਰਸਾਇਆ ਜਾ ਰਿਹਾ ਕਿ ਇਹਦੀ ਬਹੁਤ ਅਹਿਮੀਅਤ ਹੈ, ਅਸੀਂ ਬਹੁਤ ਗਹਿਰਾਈ ਤੱਕ ਜਾ ਕੇ ਜਾਂਚ ਕਰਨਾ ਚਾਹੁੰਦੇ ਹਾਂ। ਲਾਤਾ ਤੁਸੀਂ ਸਪੈਸ਼ਲ DGP, ਤੇ ਉਹ ਕਮੇਟੀ ਨੇ ਕੀ ਕੀਤਾ ਕੀ ਨਹੀਂ ਕੀਤਾ, ਮਤਲਬ ਬੇਸਿਕਸ ਆਪਣਾ ਕਰਨੀ ਨਹੀਂ। ਕਹਿੰਦਾ ਅੱਗਾ ਦੌੜ ਪਿੱਛਾ ਚੌੜ ਵਾਲਾ ਕੰਮ ਹੈ, ਪਹਿਲਾਂ ਅੱਗੇ ਦੌੜੋ, ਤੁਸੀਂ ਵੱਡੀਆਂ ਵੱਡੀਆਂ ਕਮੇਟੀਆਂ ਬਣਾ ਦਿਓ, ਤੇ ਜਿਹੜਾ ਕੰਮ ਕਰਨ ਵਾਲਾ ਉਹ ਤੁਸੀਂ ਕਰ ਹੀ ਨਹੀਂ ਰਹੇ ਹੋ, ਤੇ ਉਹ ਤੁਹਾਡੀ ਥਾਂ ਤੇ ਇੰਨਾ ਹੀ ਉਸ ਨੂੰ ਰਿਮਾਂਡ ਤੇ ਲੈ ਜਾਂਦਾ ਹੈ। ਸੋ ਬੜੀ ਹੈਰਾਨੀ ਦੀ ਗੱਲ ਹੈ ਵੀ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਇਹ ਤਾਂ ਵੱਡਾ ਸਵਾਲ ਹੈ ਵੀ ਕ੍ਰੈਡੀਬਿਲਿਟੀ, DG ਦੀ ਕ੍ਰੈਡੀਬਿਲਿਟੀ ਦਾ ਵੀ ਸਵਾਲ ਹੈ ਨਾ, ਕਿਉਂਕਿ ਉਹਨਾਂ ਨੇ ਜੋ ਗੱਲ ਕਹੀ ਸੀਗੀ ਵੀ ਇਹ ਸਾਡੀਆਂ ਜੇਲ੍ਹਾਂ 'ਚੋਂ ਨਹੀਂ ਹੋਈ, ਉਹ ਬਕਾਇਦਾ ਪ੍ਰੈਸ ਕਾਨਫਰੰਸ ਕੀਤੀ ਗਈ, ਵੱਡੇ ਪੱਧਰ ਤੇ ਸਭ ਕੁਝ ਕਿਹਾ ਗਿਆ। ਤੇ ਹੁਣ ਕਮੇਟੀ ਦਾ ਕੰਮ ਤਾਂ ਸਭ ਤੋਂ ਪਹਿਲਾਂ ਕੰਮ ਤਾਂ ਇਹੀ ਆਉਣਾ ਚਾਹੀਦਾ ਵੀ ਰਿਮਾਂਡ ਤੇ ਲਵੇ, ਉਹਨੂੰ ਪੁੱਛਗਿੱਛ ਕਰੇ, ਤੇ ਉਹ ਗੱਲ ਕਿਤੇ ਦਿਸ ਨਹੀਂ ਰਹੀ, ਨਾ ਬਿਆਨ ਆ ਰਿਹਾ ਉਸ ਦੇ ਉੱਤੇ। DGP ਦਾ ਪ੍ਰੈਸ ਕਾਨਫਰੰਸ ਮੀਡੀਆ ਦੇ ਅੱਗੇ ਫੇਸ ਹੀ ਨਹੀਂ ਕਰ ਰਹੇ। ਉਸ ਤੋਂ ਬਾਅਦ ਇੱਕ ਕਮੇਟੀ ਜਿਹੜੀ ਤੁਸੀਂ ਕਿਹਾ ਨਾ ਵੀ ਕਮੇਟੀ ਦਾ ਕੁਝ ਕੰਮ ਨਹੀਂ ਹੈ ਇਸ ਕੇਸ ਦੇ ਵਿੱਚ, ਕਮੇਟੀ ਦੀ ਲੋੜ ਹੀ ਨਹੀਂ। ਪੰਜਾਬ ਪੁਲਿਸ ਨੇ, ਪੰਜਾਬ ਸਰਕਾਰ ਨੇ ਕਮੇਟੀ ਗਲਤ ਬਣਾਈ ਹੈ। ਇਹ ਕੇਸ ਕਮੇਟੀ ਦਾ ਅੱਲਾ ਕੇਸ ਹੈ ਹੀ ਨਹੀਂ ਹੈ। ਜਦੋਂ ਕੋਈ ਇਨਕੁਆਇਰੀ ਕਮਿਸ਼ਨ ਬੈਠਦਾ ਹੈ, ਕੋਈ SIT ਬਣਦੀ ਹੈ, ਕੋਈ ਕਮੇਟੀ ਬਣਦੀ ਹੈ, ਇਹਨਾਂ ਦਾ ਕੰਮ ਹੁੰਦਾ ਵੀ ਤਫਤੀਸ਼ ਕਰੀਏ। ਮੇਬੀ ਇਸ ਚੀਜ਼ ਦੀ ਤਫਤੀਸ਼ ਕੀਤੀ ਜਾ ਸਕਦੀ ਸੀ ਵੀ ਜੇਲ੍ਹ ਦੇ ਵਿੱਚ ਬ੍ਰੀਚ ਕਿਵੇਂ ਹੋਇਆ, ਕਿ ਇਹ ਕਿਹੜੇ ਅਫਸਰ ਇਨਵੋਲਵ ਸੀ। ਇਹ ਠੀਕ ਹੈ, ਉਸ ਪੁਆਇੰਟ ਆਫ ਵਿਊ ਨਾਲ ਕਮੇਟੀ ਨੂੰ ਆਪਾਂ ਠੀਕ ਮੰਨ ਸਕਦੇ ਹਾਂ, ਲੇਕਿਨ ਇਸ ਕੇਸ ਦੀ ਤਾਂ ਲੋੜ ਹੀ ਨਹੀਂ ਸੀ। ਇਹ ਤਾਂ ਬੜਾ ਸਿੰਪਲ ਕੇਸ ਹੈ, ਤੁਸੀਂ ਕੇਸ ਰਜਿਸਟਰ ਕਰੋ, ਲਾਰੈਂਸ ਬਿਸ਼ਨੋਈ ਤੋਂ ਪੁੱਛ ਲਓ, ਉਹਨੇ ਦੱਸ ਦੇਣਾ ਤੁਹਾਨੂੰ ਵੀ ਮੈਂ ਕਿਵੇਂ ਕਦੋਂ ਕਿੱਥੇ ਇੰਟਰਵਿਊ ਦਿੱਤੀ। ਤੁਹਾਡੀ ਜੇਲ੍ਹ ਦੇ ਵਿੱਚ ਨਹੀਂ ਸੀ, ਕਿਤੇ ਹੋਰ ਜੇਲ੍ਹ ਦੇ ਵਿੱਚ ਸੀ, ਜਾਂ ਤੁਹਾਡੀ ਜੇਲ੍ਹ ਦੇ ਵਿੱਚ ਸੀ, ਕਦੋਂ ਤੁਹਾਡੀ ਜੇਲ੍ਹ ਵਿੱਚ ਸੀ, ਕਦੋਂ ਬਾਹਰਲਾ ਇੰਟਰਵਿਊ ਸੀ। ਇਹ ਸਾਰੀਆਂ ਗੱਲਾਂ ਬਾਤਾਂ ਤਾਂ ਮਤਲਬ ਹੁਣ ਦੇਖੋ ਇਹਦੇ ਪਿੱਛੇ ਬਹੁਤ ਵੱਡਾ ਇੱਕ ਸੋਚ ਸਮਝ ਕੇ ਮਿੱਥ ਕੇ ਇੰਟਰਵਿਊ ਹੋਇਆ ਹੈ। ਇਟ ਵਾਜ਼ ਨਾਟ ਕਿ ਵੀ ਇਹ ਅਚਾਨਕ ਹੋ ਗਿਆ, ਅਚਨਚੇਤ ਹੋ ਗਿਆ। ਇਟ ਵਾਜ਼ ਨੈਵਰ ਅ ਪੀਸ, ਕਿਉਂਕਿ ਮੈਂ ਤਾਂ ਸ਼ੁਰੂਆਤੀ ਫੇਜ਼ ਦੇ ਵਿੱਚ ਮੈਂ ਕਿਹਾ ਵੀ ਕਿ ਜਰਨਲਿਸਟ ਨੇ ਅੱਛੀ ਪਕੜ ਬਣਾਈ ਜਾਂ ਅੱਛੀ ਪਹੁੰਚ ਕੀਤੀ ਕਿ ਉਸਨੇ ਲੋਕਾਂ ਦੇ ਸਾਹਮਣੇ ਇੱਕ ਪੱਖ ਲਿਆਉਣ ਦੀ ਕੋਸ਼ਿਸ਼ ਕੀਤੀ। ਉਸ ਪੱਖੋਂ ਇਸ ਐਫਰਟ ਦੀ ਤਾਰੀਫ ਕੀਤੀ ਜਾ ਸਕਦੀ ਸੀ, ਲੇਕਿਨ ਜੋ ਉਹਦੀ ਟਾਈਮਿੰਗ ਸੀ ਬਰਸੀ ਤੋਂ ਪਹਿਲਾਂ ਕੀਤਾ ਗਿਆ। ਤੇ ਉਸ ਤੋਂ ਬਾਅਦ ਦਾ ਜਿਹੜਾ ਘਟਨਾਕ੍ਰਮ ਹੈ, ਕਿਉਂਕਿ ਉਹਦੇ ਵਿੱਚ ਇੱਕ ਹੁਣ ਵੇਰੀਏਸ਼ਨ ਹੈ, ਮੇਰਾ ਵਿਊ ਬਦਲਿਆ ਉਹਦੇ ਬਾਰੇ ਕਿ ਨਹੀਂ, ਉਸ ਦਿਨ ਤੱਕ ਇੱਕ ਤੁਸੀਂ ਖੁਦ ਪੱਤਰਕਾਰ ਹੋ, ਤੁਹਾਨੂੰ ਜਦੋਂ ਮੌਕਾ ਮਿਲੇਗਾ ਯੂ ਵਿਲ ਡੈਫੀਨਿਟਲੀ ਡੂ ਇਟ, ਲੇਕਿਨ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਸੀਂ ਜੇਲ੍ਹ ਦੇ ਵਿੱਚ ਕਿਸੇ ਗੈਂਗਸਟਰ ਦੇ ਨਾਲ ਇੰਟਰਵਿਊ ਕੀਤਾ, ਤੁਸੀਂ ਘੱਟੋ ਘੱਟ ਉਸ ਦਿਨ ਦੀ ਤਰੀਕ ਦਾ ਦੱਸੋਗੇ, ਉਹ ਸਾਰੇ ਦੇ ਸਾਰੇ ਵੇਰਵੇ ਤੁਹਾਡੇ ਸਾਂਝੇ ਕਰਨੇ ਬਣਦੇ ਨੇ। ਤੁਸੀਂ ਉਹ ਸਾਰੀ ਚੀਜ਼ਾਂ ਛੁਪਾ ਗਿਆ, ਐਡਾ ਵੱਡਾ ਨੈਸ਼ਨਲ ਚੈਨਲ ਸਾਰੀ ਚੀਜ਼ਾਂ ਗੋਲ ਕਰ ਗਿਆ। ਤੁਸੀਂ ਦੇਖੋ ਇਹ ਮੀਡੀਆ ਦੀ ਕ੍ਰੈਡੀਬਿਲਿਟੀ ਦਾ ਲੈਵਲ ਹੈ। ਸੋ ਇਹ ਜਿੰਨੇ ਵੀ ਪੱਤਰਕਾਰ ਹੈਗੇ ਨੇ ਜਾਂ ਜਿਹੜਾ ਚੈਨਲ ਇੰਟਰਵਿਊ ਕਰ ਰਿਹਾ, ਉਹ ਬਹੁਤ ਵਾਈਟਲ ਡਿਟੇਲਸ ਛੁਪਾ ਰਿਹਾ ਇਸ ਇੰਟਰਵਿਊ ਬਾਰੇ। ਮੈਂ ਪਹਿਲਾਂ ਵੀ ਇੱਕ ਵਾਰ ਜ਼ਿਕਰ ਕੀਤਾ ਸੀ ਕਿ ਮੁੱਦਾ ਇਹ ਨਹੀਂ ਕਿ ਉਹਨਾਂ ਨੇ ਸਰਕਾਰ ਨੂੰ ਜਵਾਬ ਦੇਣਾ ਹੈ। ਇੱਕ ਪੱਤਰਕਾਰਿਤਾ ਦੀ ਜਾਂ ਕਿਸੇ ਵੀ ਮੀਡੀਆ ਅਦਾਰੇ ਦੀ ਕ੍ਰੈਡੀਬਿਲਿਟੀ ਤੇ ਉਸਦੀ ਜਿਹੜੀ ਜਵਾਬਦੇਹੀ ਹੈ ਨਾ, ਉਸਦੇ ਦਰਸ਼ਕਾਂ ਨੂੰ ਹੁੰਦੀ ਹੈ। ਸੋ ਦਰਸ਼ਕਾਂ ਨੂੰ ਹੀ ਨਹੀਂ ਕਲੀਅਰ ਹੋ ਪਾ ਰਿਹਾ ਵੀ ਕਿਹੜੀ ਤਰੀਕ ਨੂੰ ਤੁਸੀਂ ਕਰ ਨਹੀਂ ਰਹੇ ਹੋ ਭੰਬਲ। ਫਿਰ ਤੁਸੀਂ ਅਗਲੀ ਇੰਟਰਵਿਊ ਦੇ ਵਿੱਚ ਹੋਰ ਕਹਾਣੀ ਘੁਮਾਤੀ ਵੀ ਦੇਖੋ ਜੀ ਇੰਟਰਵਿਊ ਜਾਰੀ ਹੈ,
ਗੈਂਗਸਟਰ ਨੇ ਆਪਣਾ ਭੇਸ ਬਦਲਿਆ, ਉਹ ਸਾਹਮਣੇ ਆ ਗਿਆ। ਕਿੱਡੀ ਵੱਡੀ ਤੁਸੀਂ ਮਤਲਬ ਕਿਹਨੂੰ ਪਟਕਥਾ ਲਿਖੀ ਨਾ, ਸਕ੍ਰਿਪਟ ਲਿਖੀ ਜਾ ਰਹੀ ਹੈ ਵੀ ਤੁਸੀਂ ਚੀਜ਼ਾਂ ਨੂੰ ਛੁਪਾਉਣ ਦੇ ਕੇ ਨਾ, ਇੱਕ ਝੂਠ ਨੂੰ ਛੁਪਾਉਣ ਲਈ ਤੁਸੀਂ ਹੋਰ ਝੂਠ ਬੋਲੀ ਚੱਲੋ। ਤੇ ਜਦੋਂ ਦੇਸ਼ ਦਾ ਐਡਾ ਵੱਡਾ ਮੀਡੀਆ ਇਹ ਝੂਠ ਬੋਲੇਗਾ, ਥਿੰਗਸ ਹੈਵ ਟੂ ਬੀ ਕ੍ਰਿਸਟਲੀ ਕਲੀਅਰ, ਸਪਿਕ ਐਂਡ ਸਪੈਨ। ਜੇ ਅਸੀਂ ਇੰਟਰਵਿਊ ਕੀਤੇ, ਸਾਨੂੰ ਲਾਰੈਂਸ ਜਿਹੜਾ ਗੋਲਡੀ ਬਰਾੜ ਦਾ ਇੰਟਰਵਿਊ ਹੋਇਆ ਹੈ, ਸਾਨੂੰ ਦਿਨ, ਟਾਈਮ, ਤਰੀਕਾ ਸਭ ਕੁਝ ਦੱਸਣਾ ਪਿਆ। ਮੈਂ ਚਾਹੁੰਦਾ ਮੈਂ ਵੀ ਨਾ ਦੱਸਦਾ, ਲੇਕਿਨ ਇਹ ਮੇਰੀ ਵੀ ਜ਼ਿੰਮੇਵਾਰੀ ਬਣਦੀ ਹੈ। ਤੇ ਮੈਨੂੰ ਨਹੀਂ ਲੱਗਦਾ ਇਸ ਚੀਜ਼ਾਂ ਦੱਸਣ ਦੇ ਨਾਲ ਕੋਈ ਅਜਿਹਾ ਤੁਹਾਡੇ ਸੋਰਸਿਸ ਖਤਰੇ ਵਿੱਚ ਆ ਜਾਣਗੇ, ਤੁਹਾਡੇ ਕੰਟੈਕਟਸ ਖਤਰੇ ਵਿੱਚ ਆ ਜਾਣਗੇ। ਤੁਹਾਡੇ ਤੋਂ ਤਾਂ ਸਿਰਫ ਇੱਕ ਤਰੀਕ ਨਹੀਂ ਦੱਸੀ ਗਈ ਹੈਗੀ ਹੈ, ਤੇ ਇਹਨਾਂ ਤੋਂ ਪੁੱਛੀ ਨਹੀਂ ਗਈ। ਸਭ ਤੋਂ ਵੱਡੀ ਗੱਲ ਆ, ਦੋ ਬੜੇ ਸਿੰਪਲ, ਇੱਕ ਪੱਤਰਕਾਰ ਮਹੋਦय ਹੈਗੇ ਨੇ ਤੇ ਇੱਕ ਲਾਰੈਂਸ ਬਿਸ਼ਨੋਈ ਖੁਦ ਹੈ। ਮੈਨੂੰ ਨਹੀਂ ਲੱਗਦਾ ਵੀ ਜੇ ਪੁਲਿਸ ਚਾਹੁੰਦੀ ਤੇ ਪੰਜਾਬ ਸਰਕਾਰ ਚਾਹੁੰਦੀ ਤਾਂ ਇਹ ਚੀਜ਼ ਉਹਨਾਂ ਦੇ ਲਈ ਪਤਾ ਕਰਨਾ ਕੁਝ ਮਿੰਟਾਂ ਤੋਂ ਵੱਧ ਦਾ ਖੇਡ ਸੀ। ਇਹ ਮਿੰਟਾਂ ਤੋਂ ਵੱਧ। ਇਹਦਾ ਮੇਨ ਕਾਰਨ ਕੀ ਲੱਗ ਰਿਹਾ ਤੁਹਾਨੂੰ, ਜਿੰਨਾ ਤੁਸੀਂ ਹਜੇ ਤੱਕ ਪੈਟਰਨ ਦੇਖ ਪਾਏ ਹੋ, ਇੰਟਰਵਿਊਜ਼ ਹੋਈਆਂ, ਉਸ ਤੋਂ ਬਾਅਦ ਉਹਦੇ ਵਿੱਚ ਇਨਕੁਆਇਰੀ ਨਾ ਕਰਨੀ, ਜਾਂਚ ਨਾ ਕਰਨੀ ਵੀ ਕਿਵੇਂ ਹੋਈ, ਕਿਉਂ ਹੋਈ, ਕੀ ਇਹਦੀ ਮਨਸ਼ਾ ਸੀਗੀ ਇੰਟਰਵਿਊਜ਼ ਦੀ, ਇਹਦੇ ਵਿੱਚ ਕਾਰਨ ਕੀ ਹੈ? ਇਨਐਕਸ਼ਨ ਦਾ ਕਾਰਨ ਕੀ ਹੈ, ਜਿਹੜਾ ਐਕਸ਼ਨ ਨਹੀਂ ਲਿਆ ਜਾ ਰਿਹਾ ਸਰਕਾਰ ਵੱਲੋਂ? ਇਹ ਵਿੱਚ ਡਿਜ਼ਾਈਨ ਕੀ ਹੈ? ਪਹਿਲੀ ਗੱਲ ਤਾਂ ਜੀ ਇਹਦੇ ਪਿੱਛੇ ਡਿਜ਼ਾਈਨ ਇਹ ਹੋ ਸਕਦਾ ਕਿ ਇਹਦੇ ਪਿੱਛੇ ਕੋਈ ਬਹੁਤ ਵੱਡੀਆਂ ਤਾਕਤਾਂ ਇਨਵੋਲਵ ਹੈਗੀਆਂ ਨੇ। ਠੀਕ ਹੈ ਜੀ, ਇਹਦਾ ਪਹਿਲਾ ਰੀਜ਼ਨ ਜਿਹੜਾ ਕਿ ਮੈਂ ਆਇਡੈਂਟੀਫਾਈ ਇਹ ਕਰਦਾ ਕਿ ਇਹਦੇ ਪਿੱਛੇ ਬਹੁਤ ਵੱਡੀਆਂ ਤਾਕਤਾਂ, ਪੋਸੀਬਲੀ ਦੇਸ਼ ਦੀਆਂ ਏਜੰਸੀਆਂ ਵੀ ਇਨਵੋਲਵ ਹੋ ਸਕਦੀਆਂ ਨੇ, ਜੋ ਕਿ ਚਾਹੁੰਦੀਆਂ ਨਹੀਂ ਕਿ ਇਸ ਮਾਮਲੇ ਤੇ ਇਹੀ ਦਬਾਅ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਉੱਤੇ ਵੀ ਹੋ ਸਕਦਾ ਹੈ। ਇਹ ਚੀਜ਼ ਬੜੀ ਕਲੀਅਰ ਹੈ। ਦੂਸਰਾ ਕਾਰਨ ਹੈ ਨਾਲਾਇਕੀ ਹੈ, ਸਿੰਪਲ ਐਜ਼ ਦੈਟ। ਜਾਂ ਤਾਂ ਇਹਦੇ ਪਿੱਛੇ ਬਹੁਤ ਸੋਚੀ ਸਮਝੀ ਵਿਉਂਤਬੰਦੀ ਹੈ, ਤੇ ਜੇ ਉਹ ਵਿਉਂਤਬੰਦੀ ਨਹੀਂ ਤਾਂ ਹੱਦ ਦਰਜੇ ਦੀ ਨਾਲਾਇਕੀ ਹੈ। ਮੈਨੂੰ ਲੱਗਦਾ ਨਹੀਂ ਐਡੇ ਸਾਡੇ ਕੰਪੀਟੈਂਟ ਅਫਸਰ ਹੈਗੇ ਨੇ, ਤੇ ਪੰਜਾਬ ਪੁਲਿਸ ਹੈ। ਠੀਕ ਹੈ ਨਾ, ਇਹ ਤਾਂ ਛੋਟੀ ਛੋਟੀ ਗੱਲ ਪਿੱਛੇ ਬਾਲ ਦੀ ਖੱਲ ਕਢਾ ਲੈਂਦੇ ਨੇ, ਤੇ ਤੁਸੀਂ ਕਿੱਥੇ ਬੈਠੇ ਹੋ, ਕਿਉਂ ਬੈਠੇ ਹੋ, ਹੈ ਨਾ। ਆਪਾਂ ਗੱਲ ਕੀਤੀ ਸੀ ਵੀ ਇੱਕ ਵਾਰਦਾਤ ਹੁੰਦੀ ਹੈ, 8-8, 9-9 ਸਾਲ ਤੋਂ ਭਗੌੜਾ ਜੈਪਾਲ ਭੁੱਲਰ ਜਾ ਕੇ ਕਲਕੱਤੇ ਦੇ ਵਿੱਚ ਉਹਦੀ ਖਬਰ ਕੱਢ ਕੇ ਉਸ ਨੂੰ ਐਨਕਾਊਂਟਰ ਕਰਤੇ ਜਾਂਦੇ ਨੇ। ਉਸ ਲੈਵਲ ਦੀ ਪੁਲਿਸ ਹੈ। ਤੁਸੀਂ ਅਰਮੀਨੀਆ ਤੋਂ ਜਾ ਕੇ ਸੁਖਪ੍ਰੀਤ ਬੁੱਢਾ ਚੱਕ ਲਿਆਂਦੇ ਹੋ, ਤੁਸੀਂ ਬੈਂਕਾਕ ਤੋਂ, ਦੁਬਈ ਤੋਂ ਜਾ ਕੇ ਗੈਂਗਸਟਰ ਚੱਕ ਲਿਆਂਦੇ ਹੋ, ਹੈ ਨਾ। ਤੇ ਕੋਈ ਛੋਟੀ ਪੁਲਿਸ ਥੋੜਾ ਨਾ ਪੰਜਾਬ ਪੁਲਿਸ। ਅੱਤਵਾਦ ਨੂੰ ਖਤਮ ਕੀਤਾ ਦੇਸ਼ ਦੇ ਵਿੱਚ, ਇਹ ਉਹ ਵਾਲੀ ਪੰਜਾਬ ਪੁਲਿਸ ਫੋਰਸ ਹੈ। ਤੁਸੀਂ ਇੱਕ ਉਹ ਵੀ ਆਪਣੀ ਜੇਲ੍ਹਾਂ ਦੇ ਵਿੱਚ ਬੈਠੇ ਗੈਂਗਸਟਰ ਇੰਟਰਵਿਊ ਦੇ ਰਹੇ ਤੇ ਤੁਹਾਡੇ ਤੋਂ ਪਤਾ ਨਹੀਂ ਲੱਗ ਰਿਹਾ। ਮਤਲਬ ਇਹ ਤਾਂ ਮੈਂ ਕਹਾਂਗਾ ਕਿ ਇਟ ਇਜ਼ ਅਨਫੋਰਚੂਨੇਟ ਕਿ ਸਾਡੇ ਡੀਜੀਪੀ ਸਾਹਿਬ ਜਿਹੜੇ ਹੈਗੇ ਨੇ, ਅਫੀਸ਼ੀਏਟਿੰਗ ਡੀਜੀਪੀ ਨੇ ਹਾਲਾਂਕਿ ਗੌਰਵ ਯਾਦਵ, ਅਦਰਵਾਈਜ਼ ਅ ਵੈਰੀ ਕੰਪੀਟੈਂਟ ਆਫਿਸਰ, ਕੁਝ ਤੋਂ ਮਜਬੂਰੀਆਂ ਰਹੀ ਹੋਗੀ, ਯੂੰ ਹੀ ਕੋਈ ਬੇਵਫਾ ਨਹੀਂ ਹੋਤਾ, ਉਹ ਵਾਲੀ ਗੱਲ ਹੈ। ਅੰਦਰਲੀ ਕਹਾਣੀ ਹੁਣ ਆਪਾਂ ਕਿੰਨਾ ਦੂਸਰਾ ਇੰਸੀਡੈਂਟ ਹੋ ਗਿਆ। ਪਿਛਲੀ ਸਰਕਾਰ ਸੀ, ਉਹਦੇ ਦੋਸ਼ ਲੱਗਦਾ ਵੀ ਗੈਂਗਸਟਰ ਮੁਖਤਿਆਰ ਅੰਸਾਰੀ ਨੂੰ ਲੈ ਕੇ ਆਏ, ਉਹਨਾਂ ਨੂੰ ਰੱਖਿਆ, ਉਹਦੇ ਵਾਸਤੇ ਲੜੇ ਵੀ, ਕੇਸਾਂ ਕੀ ਲੋੜ ਹੈਗੀ ਆ, ਅੱਜ ਉਹ ਵੀ ਮੁੱਦਾ ਬਣ ਰਿਹਾ। ਤੇ ਹੁਣ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਵੀ ਮੁੱਦਾ ਹੈ। ਤਾਂ ਜੇ ਜੇਲ੍ਹ ਇੰਨੇ ਵੱਡੇ ਪੱਧਰ ਤੇ ਕੰਪਰੋਮਾਈਜ਼ ਨੇ, ਤਾਂ ਜਿਹੜੇ ਸਰਕਾਰਾਂ ਕਹਿੰਦੀਆਂ ਅਸੀਂ ਸੁਧਾਰ ਕਰ ਦਿਆਂਗੇ ਜਾਂ ਕੋਈ ਆਈਡੀਆ ਦਿੰਦਾ ਜੈਮਰਸ ਦੀ ਲੋੜ ਹੈਗੀ ਹੈ, ਇਹ ਤਾਂ ਲੱਗਦਾ ਵੀ ਇਸ ਸਾਰੀਆਂ ਚੀਜ਼ਾਂ ਦਾ ਤਾਂ ਕੋਈ ਰੋਲ ਹੋ ਨਹੀਂ ਸਕਦਾ ਸੁਧਾਰਨ 'ਚ। ਇਹ ਤਾਂ ਸਿਸਟਮ 'ਚ ਹੀ ਬਹੁਤ ਵੱਡੇ ਫਲॉज ਨੇ। ਇਹ ਤਾਂ ਜਿਹੜੇ ਪੋਲੀਟੀਕਲ ਬੰਦੇ ਸਾਂਭ ਰਹੇ ਸਿਸਟਮ ਉਹੀ ਕਰ ਰਹੇ ਨੇ। ਸਿੱਧੂ ਮੂਸੇਵਾਲਾ ਦਾ ਗੀਤ ਸੀ ਕਿ ਲੋਗੋ ਹੋਇਆ ਚੇਂਜ। ਹਾਂਜੀ, ਰਹਿਣਾ ਸਰਕਾਰਾਂ ਨੇ ਉਹੀ, ਲੋਗੋ ਹੋਇਆ ਚੇਂਜ। ਤਾਂ ਫਿਰ ਉਹੀ ਲੱਗ ਰਿਹਾ ਤੇ ਮੁਖਤਾਰ ਅੰਸਾਰੀ ਵੀ ਐਵੇਂ ਜੇਲ੍ਹ 'ਚ ਬੈਠਾ ਸੀ ਤੇ ਲਾਰੈਂਸ ਬਿਸ਼ਨੋਈ ਵੀ ਉਵੇਂ ਬੈਠਾ ਹੈ। ਉਹਨੂੰ ਹੁਣ ਕੱਢ ਰਹੇ ਨੇ। ਮਤਲਬ ਆਪਾਂ ਐਕਸਪੈਕਟ ਕਰੀਏ ਕਿ ਅਗਲੀ ਜਿਹੜੀ ਸਰਕਾਰ ਆਏਗੀ ਆਮ ਆਦਮੀ ਪਾਰਟੀ ਤੋਂ ਬਾਅਦ ਕਿਸੇ ਹੋਰ ਪਾਰਟੀ ਦੀ ਸਰਕਾਰ, ਹੁਣ ਆਮ ਆਦਮੀ ਪਾਰਟੀ ਕਹਿ ਸਕਦੀ ਨਹੀਂ ਜੇ ਅਗਲੀ ਸਰਕਾਰ ਅਸੀਂ ਹੋਵਾਂਗੇ। ਮਤਲਬ ਮੈਂ ਆਸ ਤਾਂ ਇਹ ਕਰਦਾ ਕਿ ਚਲੋ ਤੁਸੀਂ ਚੰਗਾ ਪਰਫਾਰਮ ਕਰੋ, ਪੰਜਾਬ ਦਾ ਭਲਾ ਹੋਵੇ ਤੇ ਤੁਸੀਂ ਆ ਜਾਓ ਦੁਬਾਰਾ ਪਾਵਰ ਦੇ ਵਿੱਚ। ਲੇਕਿਨ ਇਹ ਪੜਤਾਲ ਆਪਣੇ ਅਗਲੇ 3-3.5 ਸਾਲਾਂ ਤੁਸੀਂ ਕਰ ਪਾਓਗੇ? 5 ਸਾਲ ਹੋਰ ਵੇਟ ਕਰਨਾ ਪਊ ਵੀ ਕੋਈ ਹੋਰ ਧਿਰ ਆ ਕੇ ਕਾਬਜ ਹੋਊਗੀ, ਸਰਕਾਰ ਬਣਾਊਗੀ ਤੇ ਉਹ ਸਾਨੂੰ ਨਿਆਂ ਦੇ ਸਕਦੀ ਹੈ, ਸਾਨੂੰ ਸਵਾਲਾਂ ਦੇ ਜਵਾਬ ਦਊਗੀ। ਕਿਉਂਕਿ ਮੁਖਤਾਰ ਅੰਸਾਰੀ ਦੀ ਇਨਵੈਸਟੀਗੇਸ਼ਨ ਕਰਨ ਲਈ ਸਰਕਾਰ ਬਦਲੀ ਗਈ ਤੇ ਨਵੀਂ ਸਰਕਾਰ ਨੇ ਇਨਵੈਸਟੀਗੇਸ਼ਨ ਕੀਤੀ ਤੇ ਅੱਜ ਉਹ ਕਹਿ ਰਹੇ ਨੇ ਨਾ, ਸਾਰੀਆਂ ਗੱਲਾਂ ਬਾਤਾਂ ਨਿਕਲਦੀਆਂ ਪਈਆਂ ਨੇ ਵੀ ਕੀ ਕੁਝ ਉਹਦੇ ਨੂੰ ਹਸਪਿਟੈਲਿਟੀ ਦਿੱਤੀ ਗਈ, ਟੈਕਸ ਪੇਅਰ ਦਾ ਮਨੀ ਨਹੀਂ ਲੱਗਣ ਦਿਆਂਗੇ। ਅਸੀਂ ਤਾਂ ਮੈਂ ਤਾਂ ਉਸ ਸਰਕਾਰ ਦੇ ਵਕਤ ਹੀ ਗੱਲ ਕਰਦਾ ਪਿਆ ਸੀ। ਇਹਨਾਂ ਨੇ ਤਾਂ ਹੁਣ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ ਨੇ ਨਾ। ਮੁਖਤਾਰ ਅੰਸਾਰੀ ਦਾ ਵਿਸ਼ਾ ਸਭ ਤੋਂ ਪਹਿਲਾਂ ਮੈਂ ਟੇਕ ਅਪ ਕੀਤਾ, ਉਸੇ ਵਕਤ ਉਹਨਾਂ ਦਿਨਾਂ ਦੇ ਵਿੱਚ ਹੀ ਟੇਕ ਅਪ ਕੀਤਾ ਜਦੋਂ ਉਸ ਤੋਂ ਸਭ ਕੁਝ ਇਹ ਨੂਰਾ ਕੁਸ਼ਤੀ ਜਿਹੜੀ ਚੱਲਦੀ ਪਈ ਸੀ। ਤਾਂ ਉਸ ਵਕਤ ਦੀਆਂ ਸਰਕਾਰਾਂ ਨੇ ਕੁਝ ਨਹੀਂ ਕੀਤਾ। ਹਾਲਾਂਕਿ ਗੱਲਾਂ ਬਹੁਤ ਨਿਕਲ ਰਹੀਆਂ ਸੀ ਪੰਜਾਬ ਦੇ ਮੰਤਰੀਆਂ ਦਾ ਹੀ। ਉੱਤਰ ਪ੍ਰਦੇਸ਼ ਦੇ ਵਿੱਚ ਜਿਹੜੇ ਜੇਲ੍ਹ ਮੰਤਰੀ ਸੀ ਉਸ ਵਕਤ ਦੇ, ਉਹਨਾਂ ਦੇ ਦੌਰਿਆਂ ਨੂੰ ਲੈ ਕੇ ਉੱਤਰ ਪ੍ਰਦੇਸ਼ ਦੇ ਵਿੱਚ ਪ੍ਰਦਰਸ਼ਨ ਤੱਕ ਹੋਏ, ਉੱਥੇ ਖੂਬ ਰੌਲਾ ਪਿਆ, ਪ੍ਰੈਸ ਦੇ ਵਿੱਚ ਆਇਆ, ਲੇਕਿਨ ਪੰਜਾਬ ਦੇ ਵਿੱਚੋਂ ਗੱਲਾਂ ਨਹੀਂ ਆਈਆਂ ਉੱਭਰ ਕੇ। ਸੁਖਜਿੰਦਰ ਰੰਧਾਵਾ ਸਾਹਿਬ ਸੀਗੇ ਪੰਜਾਬ ਦੇ ਜੇਲ੍ਹ ਮੰਤਰੀ, ਸੋ ਉਹਨਾਂ ਨੇ ਤਾਂ ਇੰਨੇ ਸਾਲ ਮਿੱਟੀ ਪਾਈ ਰੱਖੀ ਤੇ ਇੱਕ ਫਰਜ਼ੀ ਦਾ ਕੇਸ ਹੁਣ ਆ ਗਿਆ, ਸਭ ਕੁਝ ਸਾਹਮਣੇ ਆ ਰਿਹਾ। ਤੇ ਅਗਲੀ ਸਰਕਾਰ ਕੋਈ ਹੋਰ ਪਾਰਟੀ ਦੀ ਆਏਗੀ, ਇਨਵੈਸਟੀਗੇਸ਼ਨ ਕਰੇਗੀ ਤਾਂ ਫਿਰ ਇਹ ਵੀ ਨਿਕਲ ਆਊਗਾ, ਹੈ ਨਾ। ਤੇ ਜੇ ਕੋਈ ਜਿਵੇਂ ਵੱਡੀਆਂ ਸ਼ਕਤੀਆਂ ਦੀ ਗੱਲ ਆਪਾਂ ਕਰ ਰਹੇ ਹਾਂ, ਕੋਈ ਅਜਿਹੀਆਂ ਤਾਕਤਾਂ ਹੈਗੀਆਂ ਨੇ
ਜੋ ਕਿ ਪਹਿਲਾਂ ਹੀ ਲਾਰੈਂਸ ਬਿਸ਼ਨੋਈ ਨੂੰ ਫਟਾਫਟ ਆਪਣੀ ਕਸਟਡੀ 'ਚ ਲੈ ਲੈਂਦੀਆਂ ਨੇ। ਇਸ ਤੋਂ ਪਹਿਲਾਂ ਕਿ ਜਿਹੜੇ ਸੂਬੇ ਦੇ ਵਿੱਚ ਵੱਡੇ ਵੱਡੇ ਕ੍ਰਾਈਮ ਹੋ ਰਹੇ ਨੇ, ਜਿਹੜੇ ਸੂਬੇ ਦੇ ਵਿੱਚ ਵੱਡੀਆਂ ਬੇਨਿਜਮੀਆਂ ਹੋ ਰਹੀਆਂ ਨੇ, ਜਿਹੜੇ ਸੂਬਿਆਂ ਦੀ ਜੇਲ੍ਹਾਂ ਦੇ ਵਿੱਚ ਬੈਠ ਕੇ ਇੰਟਰਵਿਊ ਕਹਿਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ, ਉਹਨਾਂ ਤੋਂ ਪਹਿਲਾਂ ਹੋਰ ਸੈਂਟਰ ਦੀਆਂ ਏਜੰਸੀਆਂ ਜਾਂ ਸੈਂਟਰ ਦੀਆਂ ਪੁਲਿਸ ਦੇ ਜਿਹੜੇ ਮਹਿਕਮੇ ਆ ਕੇ ਲਾਰੈਂਸ ਦੀ ਕਸਟਡੀਆਂ ਲੈ ਜਾਂਦੇ ਨੇ, ਉਹ ਤੋਂ ਪੁੱਛਗਿੱਛ ਕਰਦੇ ਨੇ। ਚਲੋ ਚੰਗੀ ਗੱਲ ਆ, ਮੈਂ ਤਾਂ ਕਹਿੰਦਾ ਪੁੱਛਗਿੱਛ ਕਰ ਲੈਣ, ਜਿਵੇਂ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਕੰਮ ਕੀਤਾ, ਉਹ NIA ਵੀ ਕਢਾ ਲੇ ਵੀ ਇੰਟਰਵਿਊ ਤੂੰ ਕਿੱਥੇ ਲਿਆ, ਲੇਕਿਨ ਮੈਨੂੰ ਡਾਊਟ ਹੈ ਵੀ ਉਹ ਚੀਜ਼ਾਂ ਨਿਕਲਣਗੀਆਂ। ਪੰਜਾਬ ਪੁਲਿਸ NIA ਤੋਂ ਹੀ ਪੁੱਛ ਲੇ ਵੀ ਤੁਹਾਡੀ ਤਫਤੀਸ਼ 'ਚ ਕੀ ਕਿਹਾ, ਕੀ ਉਹਨੇ ਦੱਸਿਆ ਵੀ ਕਿਵੇਂ ਇੰਟਰਵਿਊ। ਹਾਂ, ਹੋਣਾ ਚਾਹੀਦਾ ਜੀ। ਤੇ ਲੇਕਿਨ ਇਹ ਚੀਜ਼ਾਂ ਤਦ ਹੀ ਹੁੰਦੀਆਂ ਨੇ ਜੇ ਨੀਅਤ ਸਾਫ਼ ਹੋਵੇ। ਮੈਨੂੰ ਲੱਗਦਾ ਵੀ ਨੀਅਤ ਦੇ ਵਿੱਚ ਖੋਟ ਹੈ, ਨੀਅਤ ਦੇ ਵਿੱਚ ਖੋਟ ਹੈ। ਦਬਾਅ ਵੀ ਕੰਮ ਕਰ ਰਹੇ ਹੋ ਸਕਦੇ ਨੇ, ਜਵਾਬ ਇਹਨਾਂ ਕੋਲ ਹੈ ਨਹੀਂ। ਬਹੁਤ ਸੀ ਚੀਜ਼ਾਂ, ਦੇਖੋ ਸੱਚ ਤਾਂ ਸੱਚ ਹੀ ਹੈ, ਤੱਥ ਤੱਥ ਹੀ ਨੇ, ਫੈਕਟ ਫੈਕਟ ਹੀ ਨੇ। ਉਹਨਾਂ ਨੂੰ ਤੁਸੀਂ ਕਹਿੰਦੇ ਨਾ ਕੋਈ ਘੁਮਾ ਫਿਰਾ ਕੇ ਜਿੱਧਰ ਮਰਜ਼ੀ ਤੁਸੀਂ ਇੱਧਰ ਖੱਬੇ ਸੱਜੋ। ਮੈਂ ਦੇਖ ਰਿਹਾ ਹੁੰਦਾ ਅੱਜ ਦੇ ਮੀਡੀਆ ਦੇ ਵਿੱਚ ਕੋਈ ਰੈਲੇਵੈਂਟ ਗੱਲਬਾਤ ਹੀ ਨਹੀਂ ਹੋ ਰਹੀ। ਸਵਾਲ ਤਾਂ 2-3 ਹੀ ਹੁੰਦੇ ਨੇ ਪੁੱਛਣ ਵਾਲੇ, ਤੇ ਉਹ ਸਵਾਲ ਕੋਈ ਪੁੱਛ ਨਹੀਂ ਰਿਹਾ। ਆ ਤੁਸੀਂ ਦੇਖਦੇ ਹੋ ਪ੍ਰੈਸ ਕਾਨਫਰੰਸਾਂ ਹੁੰਦੀਆਂ ਨੇ ਅਫਸਰਾਂ ਦੀਆਂ, ਅੱਧਾ ਘੰਟਾ ਪੱਤਰਕਾਰ ਪੁੱਛੀ ਜਾਂਦੇ ਨੇ, ਊਲ ਜਲੂਲ ਸਵਾਲ, ਕਦੇ ਇੱਧਰੋਂ ਫੜ ਲਿਆ ਕਦੇ ਉੱਧਰੋਂ ਫੜ ਲਿਆ। 2 ਸਵਾਲ ਨੇ, ਤੇ ਜੇ ਉਹਨਾਂ ਦਾ ਜਵਾਬ ਮਿਲ ਜੇ ਤਾਂ ਚੀਜ਼ਾਂ ਸਾਫ਼ ਹੋ ਜਾਣ, ਤੇ ਜੇ ਜਵਾਬ ਨਾ ਮਿਲਣ ਤਾਂ ਫਿਰ ਅਫਸਰ ਆਪਣੀ ਕੁਰਸੀ ਤੋਂ ਖੜਾ ਹੋ ਕੇ ਭੱਜ ਲੈਂਦਾ ਹੁੰਦਾ ਹੈ, ਜਿਵੇਂ ਪਿੱਛੇ ਹੋਇਆ ਵੀ ਸੀ। 2 ਮਿੰਟ 'ਚ ਬਿਆਨ ਦਿੱਤਾ ਤੇ ਅਫਸਰ ਹੋ ਗਏ। ਸੋ ਉਹੀ ਹੋਣਾ ਹੈ। ਤੇ ਅਸਲ ਸਵਾਲ ਬੜੇ ਔਖੇ ਨੇ, ਕਿਉਂਕਿ ਤੁਹਾਡਾ ਸਾਰ ਇਹ ਹੈ ਵੀ ਉਹੀ ਸਰਕਾਰਾਂ ਬਸ ਲੋਗੋ ਹੋਇਆ ਚੇਂਜ। ਇਹ ਤਾਂ ਸਿੱਧੂ ਮੂਸੇਵਾਲੇ ਦਾ ਗੀਤ ਹੈ। ਮੈਨੂੰ ਲੱਗ ਰਿਹਾ ਵੀ ਜਿਸ ਤਰ੍ਹਾਂ ਦੇ ਕੰਮ ਚੱਲਦਾ ਪਿਆ ਹੈ ਤੇ ਇਹ ਉਹੀ ਲੱਗ ਰਿਹਾ ਵੀ ਇਹ ਲੋਗੋ ਹੀ ਹੋਇਆ ਚੇਂਜ ਹੈ। ਬਟ ਬਾਕੀ ਦੇਖੋ, ਹਲੇ ਸਰਕਾਰ ਕੋਲ ਸਮਾਂ ਹੈ, ਕਿੰਨਾ ਟਾਈਮ ਲੈਂਦੇ ਨੇ। ਸਪੈਸ਼ਲ ਕਮੇਟੀ ਬੁਲਾ ਲਈ, ਸਪੈਸ਼ਲ DGP, ਪੰਜਾਬ ਕੋਲ ਬੜੇ ਸੀਨੀਅਰ ਲੈਵਲ ਦੇ ਕਮੇਟੀ ਕੋਲੇ ਪਾਵਰ ਵੀ ਲੱਗਦੀ ਤੁਹਾਨੂੰ ਕੋਈ ਦਿੱਤੀ ਗਈ ਹੈ ਕਿ ਬਸ ਇਹ ਆਈ ਵਾਸ਼ ਹੈ? ਆਈ ਵਾਸ਼ ਮੈਂ ਦੱਸਦਾ ਵੀ ਜਿਹੜੀ ਕਮੇਟੀਆਂ ਜਾਂ ਇਸ ਤਰੀਕੇ ਦੀ ਸਿਟਸ ਹੁੰਦੀਆਂ ਨੇ, ਕਮਿਸ਼ਨਸ ਹੁੰਦੇ ਨੇ, ਉਹਨਾਂ ਦਾ ਕੰਮ ਹੁੰਦਾ ਇਨਕੁਆਇਰੀ ਕਰਨਾ। ਇਨਵੈਸਟੀਗੇਸ਼ਨ ਇੱਕ ਵੱਖਰਾ ਵਿਸ਼ਾ ਹੈ, ਮੈਟਰ ਨੂੰ ਠੰਡਾ ਕਰਨਾ, ਜਮਾਂ ਹੀ ਠੰਡਾ ਕਰ ਦਿਓ, ਕੰਮ ਮਿੱਟੀ ਕਰਨਾ। ਤੂੰ ਉਹਨਾਂ ਹਲਕੇ ਨੋਟ ਤੇ ਆਪਾਂ ਗੱਲ ਕਰੀ, ਕਮੇਟੀ ਨੂੰ ਕਹਿੰਦੇ ਕੰਮ ਮਿੱਟੀ, ਮਤਲਬ ਕਮੇਟੀ ਬਣ ਗਈ ਸਮੋ ਕੰਮ ਮਿੱਟੀ ਹੋ ਗਿਆ। ਨਹੀਂ, ਲੇਕਿਨ ਕਮੇਟੀ ਲੌਂਗ ਟਰਮ ਚੀਜ਼ਾਂ ਦੀ ਇਨਵੈਸਟੀਗੇਸ਼ਨ ਕਰ ਸਕਦੀ ਹੈ। ਉਹ ਜੇ ਚਾਹੇ ਗਹਿਰਾਈ ਦੇ ਵਿੱਚ ਜਾ ਸਕਦੀ ਹੈ। ਉਹਦੇ ਕੋਲ ਇਨਵੈਸਟੀਗੇਸ਼ਨ ਦੀ ਤਾਕਤਾਂ ਨਹੀਂ ਹੁੰਦੀਆਂ। ਮੈਂ ਵੀ ਕਹਿ ਰਿਹਾ, ਇੱਕ ਨਾਰਮਲ FIR ਤੇ ਇੱਕ ਇਨਵੈਸਟੀਗੇਸ਼ਨ, ਇੱਕ ਪੁਲਿਸ ਦਾ ਥਾਣੇਦਾਰ ਇਸ ਕੇਸ ਦੀ ਇਨਵੈਸਟੀਗੇਸ਼ਨ ਲਈ ਬਹੁਤ ਹੈ। ਤੁਹਾਨੂੰ ਸਪੈਸ਼ਲ DGP ਲਾਉਣ ਦੀ ਬਿਲਕੁਲ ਲੋੜ ਨਹੀਂ ਸੀ। ਚਲੋ ਤੁਸੀਂ ਲਾਤੀ ਹੈ। ਇਹ ਕਮੇਟੀ ਜਦੋਂ ਹੁਣ ਜਾਂਚ ਕਰੇਗੀ, ਫਿਰ ਆਪਣੀ ਇੱਕ ਰਿਪੋਰਟ ਲੈ ਕੇ ਆਏਗੀ, ਫਿਰ ਆਪਣੀ ਸਿਫਾਰਸ਼ਾਂ ਲੈ ਕੇ ਆਏਗੀ ਵੀ ਜੇਲ੍ਹ ਦੇ ਵਿੱਚ ਅਸੀਂ ਰਿਕਮੈਂਡ ਕਰਦੇ ਹਾਂ ਕਿ ਭਵਿੱਖ ਦੇ ਵਿੱਚ ਇਸ ਤਰੀਕੇ ਦੀਆਂ ਘਟਨਾਵਾਂ ਨਾ ਹੋਣ। ਜੇ ਇਹਨਾਂ ਨੇ ਪਾਇਆ ਕਿ ਇੰਟਰਵਿਊ ਪੰਜਾਬ ਦੀ ਜੇਲ੍ਹ ਦੇ ਵਿੱਚ ਹੀ ਲਈ ਗਈ ਹੈ ਤਾਂ ਇਹ ਹੋਣਾ ਚਾਹੀਦਾ ਹੈ, ਜੈਮਰ ਲੱਗਣੇ ਚਾਹੀਦੇ ਨੇ। ਉਹ ਸਾਰੀ ਇੱਕ ਖਾਕਾ ਜਿਹਾ ਬਣਾ ਕੇ ਇਹਨਾਂ ਨੇ ਆਪਣੀ ਰਿਪੋਰਟ ਦੇਣੀ ਹੈ, ਜਿਹਨੂੰ ਕਹਿੰਦੇ ਕਾਗਜ਼ ਕਾਲੇ ਕਰਨੇ ਆ। ਇਹਦੇ ਡਰ ਤਾਂ ਨਹੀਂ ਵੀ ਕਿਤੇ ਗੱਲ ਮੁੱਖ ਮੰਤਰੀ ਜਾਂ ਕੋਈ ਹੋਰ ਮੰਤਰੀ ਤੇ ਨਾ ਪੈ ਜੇ ਸਹੀ ਮਾਇਨੇ ਤਫਤੀਸ਼ ਹੋਗੀ ਵੀ ਨੈਗਲੀਜੈਂਸ ਤਾਂ ਆਊਗੀ, ਦੋਸ਼ ਤਾਂ ਕਿਤੇ ਆਊਗਾ, ਬਲੇਮ ਤਾਂ ਕਿਤੇ ਆਊਗਾ। ਉਹ ਬੰਦੇ ਤੋਂ ਫਿਰ ਸਵਾਲ ਵੀ ਖੜੇ ਹੋਣਗੇ, ਵਿਰੋਧੀ ਵੀ ਕਰਨਗੇ, ਵਿਦਿਨ ਪਾਰਟੀ ਵੀ ਹੋਊਗਾ ਵੀ ਤੁਸੀਂ ਇੰਨੀ ਵੱਡੀ ਨੈਗਲੀਜੈਂਸ ਕਿਵੇਂ ਹੋਣ ਦਿੱਤੀ। ਬਿਲਕੁਲ ਬਿਲਕੁਲ, ਕਿਉਂਕਿ ਜਦੋਂ ਕਮੇਟੀ ਬਣਦੀ ਹੈ ਜਾਂ ਕੋਈ ਕਮਿਸ਼ਨ ਬਣਦਾ, ਉਹ ਕੁਝ ਕਰੇਗਾ ਕੰਮ, ਤੇ ਉਹਨੂੰ ਫਿਰ ਕਈ ਸਵਾਲਾਂ ਨੂੰ ਐਡਰੈਸ ਕਰਨਾ ਪਏਗਾ। ਉਹ ਹੁਣ ਕਿੰਨੀ ਇਮਾਨਦਾਰੀ ਨਾਲ ਕੰਮ ਕਰਦਾ ਹੈ, ਜਾਂ ਫਿਰ ਮੈਂ ਤਾਂ ਕਿਹਾ ਵੀ ਕਈ ਵਾਰ ਨਾ ਪਰਦਾ ਪਾਉਣ ਲਈ ਵੀ ਇਹੋ ਜਿਹਾ ਬਹੁਤ ਵੱਡੀ ਪਲੈਨਿੰਗ ਵਿਉਂਤਬੰਦੀ ਹੁੰਦੀ। ਮੈਨੂੰ ਲੱਗਦਾ ਵੀ ਪਰਦਾ ਪਾਉਣ ਲਈ ਇਸ ਨੂੰ ਹਸ਼ ਅਪ ਕਿਵੇਂ ਕਰਨਾ ਹੈ, ਕਿਉਂਕਿ ਤੁਸੀਂ ਹੇਠਲੇ ਲੈਵਲ ਦੇ ਅਫਸਰ ਨੂੰ ਨਹੀਂ ਐਕਸਪੈਕਟ ਕਰ ਸਕਦੇ ਕਿ ਉਹ ਕਵਰ ਅਪ ਚੰਗਾ ਕਿਵੇਂ ਕਰੇਗਾ। ਇਹਦੇ ਲਈ ਵੀ ਇੱਕ ਬੜੇ ਲੈਵਲ ਦੇ ਉੱਤੇ ਕਵਰ ਅਪ ਜਦੋਂ ਕਰਨਾ ਹੁੰਦਾ ਨਾ, ਤਾਂ ਵੀ ਫਿਰ ਬਹੁਤ ਵੱਡੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ। ਦੋ ਵੀ ਆਰ ਕਾਸਟਿੰਗ ਐਸਪਰਸ਼ਨਸ ਇਸ ਜਦੋਂ ਆਪਾਂ ਇਸ ਲਹਿਜੇ 'ਚ ਗੱਲ ਕਰਦੇ ਹਾਂ। ਬਟ ਵਟ ਐਲਸ ਡੂ ਵੀ ਹੈਵ, ਸਾਡੇ ਹੱਥ 'ਚ ਹੈ ਕੀ? ਸਾਡੇ ਸਾਹਮਣੇ ਜਿਹੜੀਆਂ ਚੀਜ਼ਾਂ ਹੋ ਰਹੀਆਂ ਨੇ, ਜੋ ਤਮਾਸ਼ਾ, ਜੋ ਮਾਹੌਲ ਇਹਨਾਂ ਨੇ ਬਣਾਤਾ ਹੈ ਇਨਵੈਸਟੀਗੇਸ਼ਨ ਦਾ, ਤਫਤੀਸ਼ਾਂ ਦਾ, ਪੁਲਿਸ ਮਹਿਕਮਿਆਂ ਦਾ, ਮਤਲਬ ਅੱਜ DGP ਦਾ ਜਿਹੜਾ ਪੰਜਾਬ ਦਾ ਜੋ ਮਾਹੌਲ ਬਣਿਆ, ਪੁਲਿਸ ਦੀ ਕਾਬਲੀਅਤ ਦੇ ਉੱਤੇ ਐਡੇ ਜਿਹੜੇ ਸਵਾਲ ਉੱਠ ਰਹੇ ਨੇ, ਇਹ ਐਡੀ ਨਾਕਾਬਲ ਪੁਲਿਸ ਹੈ ਨਹੀਂ ਹੈ ਪੰਜਾਬ ਪੁਲਿਸ, ਐਡੀ ਨਹੀਂ। ਇਨਫੈਕਟ ਮੈਂ ਤੁਹਾਨੂੰ ਦੱਸਾਂ, ਦੇਸ਼ ਦੇ ਵਿੱਚ ਇਨਵੈਸਟੀਗੇਸ਼ਨ ਕਰਨ ਤੇ ਕ੍ਰਾਈਮ ਦੇ ਉੱਤੇ ਨੱਥ ਪਾਉਣ ਦੇ ਨਜ਼ਰੀਏ ਦੇ ਨਾਲ ਪੰਜਾਬ ਪੁਲਿਸ ਸਭ ਤੋਂ ਐਫੀਸ਼ੀਐਂਟ ਹੈ, ਸਭ ਤੋਂ ਐਫੀਸ਼ੀਐਂਟ। ਲੇਕਿਨ ਇਹ ਕਿਉਂ ਨਹੀਂ ਕਰ ਪਾ ਰਹੇ? ਤੇ ਇਹਦੇ ਪਿੱਛੇ ਦੇ ਕੋਈ ਵੱਡੇ ਕਾਰਨ ਨੇ, ਬਹੁਤ ਵੱਡੀਆਂ ਘਾੜੇ ਚੱਲਦੇ ਪਏ ਨੇ। ਤੇ ਇਹ ਅਫਸਰ, ਮੈਨੂੰ ਲੱਗਦਾ ਇਹਨਾਂ ਨੂੰ ਭਵਿੱਖ ਦੇ ਵਿੱਚ ਇਹ ਜਵਾਬ ਦੇਣਾ ਪਏਗਾ। ਇਹਨਾਂ ਦੇ ਆਪਣੀ ਕ੍ਰੈਡੀਬਿਲਿਟੀ, ਦੇਖੋ ਅਫਸਰ ਦੇ ਉੱਤੇ ਬਹੁਤ ਮੈਟਰ ਕਰਦਾ ਹੈ। ਪੰਜਾਬ ਪੁਲਿਸ ਕਿ ਬਹੁਤ ਸਾਰੇ ਕ੍ਰਿਮੀਨਲਸ ਜਾਂ ਕਹਿ ਲਓ ਜਿਹੜੇ ਹਾਰਡਨ ਕ੍ਰਿਮੀਨਲ, ਉਹ ਵੀ ਜ਼ਰੂਰਤ ਨਹੀਂ ਕਰਦੇ ਹੁੰਦੇ ਸੀਗੇ ਕੁਸਕਣ ਦੀ। ਇੰਨੀ ਵਾਰੀ ਇੰਟਰਵਿਊ ਦੇ ਦੇਣੀ ਬਹੁਤ ਵੱਡੀ ਗੱਲ ਹੈ। ਹਾਂ, ਤਾਂ ਉਹ ਵੱਡੀਆਂ ਕਹਾਣੀਆਂ ਨੇ, ਵੱਡੀਆਂ ਖੇਡਾਂ ਨੇ। ਤੇ ਪੰਜਾਬ ਪੁਲਿਸ ਕਿਉਂ ਮੂਕ ਦਰਸ਼ਕ ਬਣੀ ਹੋਈ ਹੈ? ਆਪਣੀ ਹੁੰਦੀ ਹੋਈ ਫਜ਼ੀਹਤ, ਆਪਣੀ ਹੁੰਦੀ ਹੋਈ ਮੈਂ ਕਹਿੰਦਾ ਕਿ ਜਲਾਲਤੀ ਇੱਕ ਤਰੀਕੇ ਨਾਲ ਹੋ ਜਾਂਦੀ ਹੈ ਸੂਬੇ ਦੇ ਵਿੱਚ ਜੇ ਇਹ ਕੁਝ ਹੋ ਰਿਹਾ ਹੋਵੇ। ਸੋ ਦੇ ਡੋਂਟ ਹੈਵ ਮਚ ਟੂ ਡੂ, ਬਟ ਕੋਈ ਬਹੁਤ ਸੰਜੀਦਾ ਗੰਭੀਰ ਇਹਨਾਂ ਦੇ ਮਜਬੂਰੀਆਂ ਹੈਗੀਆਂ ਨੇ, ਜਿਨ੍ਹਾਂ ਦੇ ਚੱਲਦੇ ਇਹ ਉਹ ਨਹੀਂ ਕਰ ਪਾ ਰਹੇ, ਉਸ ਲੈਵਲ ਦੇ ਉੱਤੇ ਪਰਫਾਰਮ ਨਹੀਂ ਕਰ ਪਾ ਰਹੇ ਜਿਸ ਦੇ ਲਈ ਇਹ ਜਾਣੇ ਜਾਂਦੇ ਨੇ। ਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਰਿਤੇਸ਼ ਜੀ, ਬਹੁਤ ਬਹੁਤ ਧੰਨਵਾਦ।